ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 91 ਦੇ ਉੱਪਰ ਸੁਭਾਏਮਾਨ ਸ਼ਬਦ ਜੋ ਕਿ ਕਬੀਰ ਜੀ ਦੁਆਰਾ ਉਚਾਰਨ ਕੀਤਾ ਇਹਦੀ ਵਿਚਾਰ ਕਰਨ ਦਾ ਯਤਨ ਕਰਾਂਗੇ। ਗੁਰਬਾਣੀ ਹੁਣ ਅੱਗੇ ਨੂੰ ਹੋਰ ਸਮਝਦੇ ਹਾਂ। ਅੱਗੇ ਗੁਰੂ ਕਬੀਰ ਜੀ ਕਹਿਣ ਲੱਗੇ, ਕਹਿਤ ਕਬੀਰ ਛੋੜ ਵਿਖਿਆ ਰਸ। ਹੁਣ ਇਦੋਂ ਨਿਕਲਣ ਦਾ ਤਰੀਕਾ ਦੱਸਦੇ ਆ ਵੀ ਹੁਣ ਥੋੜਾ ਜਿਹਾ ਰੁਕ ਤੇ ਸਮਝ ਵੀ ਤੂੰ ਆਪ ਹੀ ਇਸ ਪਾਸੇ ਲੱਗਿਆ ਹੋਇਆ, ਤੂੰ ਆਪ ਹੀ ਆਪਣਾ ਅਕਸ਼ ਬਣਾਇਆ ਹੋਇਆ। ਜੇ ਰੱਬ ਨੇ ਇਹ ਕੀਤਾ ਹੁੰਦਾ ਐਸਾ ਤੈਂ ਜੱਗ ਭਰਮ ਲਾਏ, ਜੇ ਇਹ ਤੈਂ ਸ਼ਬਦ ਰੱਬ ਨੂੰ ਕਿਹਾ ਗਿਆ ਹੁੰਦਾ ਤੇ ਫਿਰ ਕਬੀਰ ਜੀ ਕਿਉਂ ਕਹਿੰਦੇ ਵੀ ਕਹਿਤ ਕਬੀਰ ਛੋੜ ਵਿਖਿਆ ਰਸ? ਵਿਖਿਆ ਰਸ ਛੱਡਣ ਲਈ ਕਿਉਂ ਕਿਹਾ ਜਾਂਦਾ? ਕਿਉਂਕਿ ਰੱਬ ਨੇ ਕੋਈ ਇਦਾਂ ਦਾ ਭਰਮ ਜਾਲ ਨਹੀਂ ਬਣਾਇਆ, ਨਾ ਕੋਈ ਇਦਾਂ ਦੀ ਰੱਬ ਦੀ ਗੱਲ ਹੈ। ਬੰਦੇ ਨੇ ਹੀ ਇੱਕ ਅਕਸ਼ ਬਣਾ ਲਿਆ ਜਿਹੜਾ ਭਰਮਾਂ ਵਿੱਚ ਪੈ ਗਿਆ, ਤੇ ਹੁਣ ਉਹ ਭਰਮਾਂ ਦੇ ਵਿੱਚੋਂ ਵੀ ਆਪ ਹੀ ਇਹ ਘੋਲ ਕਰਕੇ, ਆਪ ਹੀ ਇਹ ਜੰਗ ਲੜ ਕੇ ਉਸ ਭਰਮ ਦੇ ਵਿੱਚੋਂ ਬਾਹਰ ਨਿਕਲਣਾ ਹੈ। ਤੇ ਉਹਦੇ ਲਈ ਤਰੀਕਾ ਕਬੀਰ ਦੱਸਦੇ, ਕਹਿਣ ਲੱਗੇ ਇਦਾਂ ਹੋਵੇਗਾ, ਕਹਿਤ ਕਬੀਰ ਛੋੜ ਵਿਖਿਆ ਰਸ। ਜਿਹੜੇ ਬਿਖ ਦੇ ਰਸ ਹੈ, ਬਿਖ ਦਾ ਵੈ ਜ਼ਹਿਰ ਦਾ ਰਸ ਹੈ, ਉਹ ਛੱਡ ਦੇ। ਹੁਣ ਰਸ ਦਾ ਮਤਲਬ ਹੈ ਸਵਾਦ ਤੇ ਬਿਖ ਦਾ ਮਤਲਬ ਹੈ ਜ਼ਹਿਰ। ਹੁਣ ਕੋਈ ਇਹੋ ਜਿਹਾ ਤੂੰ ਰਸ ਮੰਨਣ ਲੱਗ ਪਿਆ ਜਿਹੜਾ ਤੈਨੂੰ ਲੱਗਦਾ ਤਾਂ ਬੜਾ ਰਸਦਾਇਕ ਆ, ਮਿੱਠਾ, ਪਰ ਹੈ ਅਸਲ ਦੇ ਵਿੱਚ ਉਹ ਜ਼ਹਿਰ, ਯਾਨੀ ਮਿੱਠਾ ਜ਼ਹਿਰ ਹੈ। ਉਹਨੂੰ ਛੱਡ। ਇਤ ਸੰਗਤ ਨਿਹਚੋਂ ਮਰਨਾ। ਇਸ ਸੰਗਤ ਦੇ ਯਾਨੀ ਉਸ ਵਿਖਿਆ ਰੂਪੀ ਰਸ ਦੇ ਸੰਗਤ ਜਦੋਂ ਕਰੇਗਾ। ਹੁਣ ਸੰਗਤ ਕਿਹਨੇ ਕਰਨੀ ਹੈ? ਦਿਮਾਗ ਨੇ। ਜਦੋਂ ਮਾੜੀ ਬਿਰਤੀ, ਜਦੋਂ ਤੇਰਾ ਦਿਮਾਗ ਮਾੜੀ ਬਿਰਤੀ ਦੇ ਨਾਲ ਸੰਗਤ ਕਰੇਗਾ, ਉਸ ਰਸ ਨਾਲ ਸੰਗਤ ਕਰੇਗਾ ਜਿਹੜੀ ਅਸਲ ਵਿੱਚ ਜ਼ਹਿਰ ਹੈ, ਤੇ ਉਦੋਂ ਨਿਹਚੋ ਮਰਨਾ। ਹਕੀਕਤ ਹੈ, ਸੱਚ ਹੈ, ਨਿਸ਼ਚਿਤ ਹੈ ਇਹ ਕਿ ਤੇਰੀ ਮੌਤ ਹੋਣੀ ਆ। ਹੁਣ ਮੌਤ ਇਹ ਸਰੀਰ ਦੀ ਨਹੀਂ ਹੈ, ਅਸਲ ਵਿੱਚ ਤੂੰ ਆਪ ਹੀ ਆਪਣੇ ਅੰਦਰੋਂ ਆਤਮਿਕ ਤੌਰ ਤੇ ਆਪ ਹੀ ਮਰੇਗਾ, ਆਪ ਹੀ ਤੂੰ ਇੱਦਾਂ ਮਰੇਗਾ। ਇਸ ਤਰੀਕੇ ਨਾਲ ਤੇਰੀ ਮੌਤ ਨਿਸ਼ਚਿਤ ਕਹਿੰਦੇ ਹੋਣੀ ਹੈ। ਰਮਈਆ ਜਪੋ ਪੁਰਾਣੀ ਅਨੰਤ ਜੀਵਨ ਬਾਣੀ, ਇਨ ਬਿਦ ਭਵ ਸਾਗਰ ਤਰਨਾ। ਇਹ ਵਿਧੀ ਦੱਸ ਦਿੱਤੀ, ਇਹ ਤਰੀਕਾ ਦੱਸ ਦਿੱਤਾ। ਹੁਣ ਤਰੀਕਾ ਕੀ ਦੱਸਿਆ? ਕਹਿਣ ਲੱਗੇ ਇਨ ਬਿਦ ਭਵ ਸਾਗਰ ਤਰਨਾ। ਇਸ ਵਿਧੀ ਦੇ ਨਾਲ ਭਵ ਯਾਨੀ ਡਰ ਦਾ ਸਾਗਰ, ਜਿਹੜਾ ਸੰਸਾਰ ਨੂੰ ਸਾਗਰ ਕਿਹਾ ਜਾਂਦਾ ਹੈ, ਇਹ ਤੂੰ ਤਰਨਾ ਹੈ। ਇਸ ਡਰ ਤੋਂ, ਇਸ ਵਹਿਮ ਤੋਂ, ਇਸ ਭਰਮ ਤੋਂ ਤੂੰ ਪਾਰ ਲੰਘਣਾ ਹੈ। ਤੇ ਵਿਧੀ ਕੀ ਆ? ਉਹ ਵਿਧੀ ਕੀ ਦੱਸਦੇ? ਕਹਿਣ ਲੱਗੇ ਰਮਈਆ ਜਪੋ ਪੁਰਾਣੀ। ਰਮਈਆ ਨੂੰ ਜਪ। ਜਪ ਦਾ ਅਰਥ ਹੈ ਕੀ ਹੈ? ਜਾਣ, ਸਮਝ। ਰਮਈਆ ਕੀ ਹੈ? ਰਮਿਆ ਹੋਇਆ। ਹੁਣ ਰਮਿਆ ਹੋਇਆ ਕੀ ਆ? ਉਹ ਪਾਵਰ, ਉਹ ਐਨਰਜੀ ਜਿਹੜੀ ਨਿਯਮਾਂ ਦੇ ਤਹਿਤ ਕੰਮ ਕਰ ਰਹੀ ਹੈ। ਉਸ ਨਿਯਮ ਨੂੰ ਸਮਝ, ਉਸ ਨਿਯਮ ਨੂੰ ਜਾਣ, ਉਸ ਪਾਵਰ ਨੂੰ, ਉਸ ਐਨਰਜੀ ਕਿਹੜੇ ਨਿਯਮ ਦੇ ਤਹਿਤ ਕਿਵੇਂ ਕਿਵੇਂ ਕੰਮ ਕਰ ਰਹੀ ਹੈ। ਜਿਵੇਂ ਜਿਵੇਂ ਉਹਨੂੰ ਸਮਝੇਗਾ, ਅਨੰਤ ਜੀਵਨ ਬਾਣੀ, ਉਦੋਂ ਤੈਨੂੰ ਇਹ ਜਿਹੜੀ ਬਾਣੀ, ਯਾਨੀ ਬਾਣੀ ਦਾ ਅਰਥ ਹੈ ਤਰੀਕਾ। ਇੱਥੇ ਬਾਣੀ ਦਾ ਅਰਥ ਬੋਲੀ ਨਹੀਂ ਹੈਗਾ, ਇੱਥੇ ਬਾਣੀ ਦਾ ਅਰਥ ਕੋਈ ਸ਼ਬਦ ਨਹੀਂ ਹੈਗਾ। ਇੱਥੇ ਬਾਣੀ ਦਾ ਮਤਲਬ ਹੈਗਾ ਜੀਵਨ ਜਿਉਣ ਦਾ ਤਰੀਕਾ। ਇਹ ਜੀਵਨ ਜਿਉਣ ਦਾ ਤਰੀਕੇ ਨਾਲ ਜਦੋਂ ਤੂੰ ਆਪਣੇ ਜੀਵਨ ਨੂੰ ਜਿਉਏਂਗਾ ਤੇ ਇਸ ਭਵ ਸਾਗਰ ਦੇ ਵਿੱਚੋਂ ਪਾਰ ਲੰਘ ਜਾਏਗਾ, ਯਾਨੀ ਇਸ ਵਹਿਮ ਭਰਮ ਤੋਂ, ਇਸ ਮਾੜੀ ਬਿਰਤੀ ਤੋਂ ਤੂੰ ਛੁੱਟ ਜਾਏਗਾ, ਤਰ ਜਾਏਗਾ। ਜਾਂ ਤਿਸ ਭਾਵੈ ਤਾਂ ਲਾਗੈ ਭਾਉ। ਫਿਰ ਅੱਗੇ ਕਹਿੰਦੇ ਭਰਮ ਭੁਲਾਵਾ ਵਿੱਚੋਂ ਜਾਏ। ਕਹਿਣ ਲੱਗੇ ਜਾਂ ਤਿਸ ਭਾਵੈ, ਜਦੋਂ ਉਸ ਨੂੰ ਭਾਵੇ, ਜਦੋਂ ਉਸ ਨੂੰ ਚੰਗਾ ਲੱਗੇ ਤਾਂ ਫਿਰ ਪ੍ਰੇਮ ਲੱਗਦਾ। ਹੁਣ ਇਹਦੇ ਇੱਥੇ ਵੀ ਆ ਕੇ ਕੀ ਕਿਹਾ ਜਾਂਦਾ ਹੈ ਕਿ ਜਦੋਂ ਉਸ ਨੂੰ ਭਾਈਏ, ਯਾਨੀ ਇੱਥੇ ਕੀ ਤਿਸ ਕਿਉਂ ਹੋ ਗਿਆ? ਇੱਥੇ ਤਿਸ ਰੱਬ ਨੂੰ ਬਣਾ ਲਿਆ। ਜਿਨ੍ਹਾਂ ਨੇ ਗ੍ਰਾਮਰ ਦੀ ਗੱਲ ਵੀ ਕੀਤੀ, ਵਿਆਕਰਨ ਦੀ ਗੱਲ ਵੀ ਕੀਤੀ, ਉਹ ਤਿਸ ਦੇ ਸੱਸੇ ਨੂੰ ਔਂਕੜ ਲਾ ਕੇ ਕਹਿਤਾ ਆ ਤਿਸ ਜਿਹੜਾ ਇਹ ਰੱਬ ਦੇ ਲਈ, ਪ੍ਰਮਾਤਮਾ ਲਈ ਆਇਆ। ਪਰ ਅੱਗੇ ਪ੍ਰਮਾਤਮਾ ਦੀ ਜਦੋਂ ਗੱਲ ਆਉਂਦੀ ਹੈ ਤਾਂ ਕਿਹਾ ਜਾਂਦਾ ਕਿ ਉਹ ਇਸ ਦੁਨੀਆ ਤੋਂ ਵੱਖ ਕਿਤੇ ਹੋਰ ਬੈਠਾ ਹੈ। ਉਹ ਕਿਤੇ ਜਿਹੜਾ ਹੋਰ ਬੈਠਾ ਹੈ ਉਹਨੇ ਲਾਇਆ ਭਾਵ। ਫਿਰ ਇਹਦਾ ਮਤਲਬ ਬੰਦੇ ਦਾ ਕਸੂਰ ਤਾਂ ਕੋਈ ਹੈ ਹੀ ਨਹੀਂ। ਫਿਰ ਬੰਦੇ ਨੂੰ ਲਾਹਣਤਾਂ ਕਿਉਂ ਪਾਉਣੀਆਂ? ਜੇ ਇਹ ਸਾਰਾ ਕੁਝ ਪ੍ਰਮਾਤਮਾ ਕਰ ਰਿਹਾ ਹੈ, ਜੇ ਪ੍ਰਮਾਤਮਾ ਭਾਵ ਲਾਏਗਾ ਤੇ ਫਿਰ ਬੰਦੇ ਦੇ ਕੰਮ ਕਰਨ ਦਾ ਕੀ ਮਤਲਬ? ਇੱਥੇ ਆਪਣੀ ਆਪਣੀ ਨਵੀਂ ਥਿਊਰੀ। ਅਸਲ ਦੇ ਵਿੱਚ ਇੱਥੇ ਤਿਸ ਵੀ ਉਹ ਬਿਰਤੀ ਹੈ ਜਿਹੜੀ ਚੰਗੇ ਪਾਸੇ ਲਿਜਾਣ ਵਾਲੀ ਹੈ। ਇੱਕ ਬਿਰਤੀ ਸੀ ਜਿਹਨੇ ਭਰਮ ਵਿੱਚ ਪਾਇਆ ਸੀ, ਇੱਥੇ ਚੰਗੀ ਬਿਰਤੀ ਦੀ ਗੱਲ ਆ ਗਈ। ਇੱਕ ਉਹ ਤਰੀਕਾ ਜਿਹੜਾ ਅਕਲ ਵਾਲਾ, ਗਿਆਨ ਵਾਲਾ, ਸਮਝ ਵਾਲਾ, ਵਿਚਾਰਨ ਵਾਲਾ, ਜਿਹੜਾ ਉਹ ਬਿਰਤੀ ਹੈ ਜਿਹੜੀ ਉਹਨਾਂ ਨਾਲ ਸੋਚ, ਬੁੱਧੀ ਦੇ ਨਾਲ, ਆਪਣੀ ਨਾਲ ਉਸ ਪਾਸੇ ਜਦੋਂ ਸੋਚ ਵਾਲੇ ਪਾਸੇ ਚੱਲੇਗਾ,
ਉਸ ਪਾਸੇ ਜਾਂ ਤਿਸ ਭਾਵੈ ਸੋਚ ਵਾਲੇ ਪਾਸੇ ਚੱਲੇਗਾ ਤਾਂ ਤੂੰ ਉਸ ਨਿਯਮ ਨੂੰ ਭਾ ਜਾਏਗਾ। ਯਾਨੀ ਉਸ ਨਿਯਮ ਦੇ ਵਿੱਚ ਚੱਲਣ ਲੱਗ ਪਿਆ ਜਦੋਂ ਤੂੰ, ਜਿਹੜਾ ਰਮਿਆ ਹੋਇਆ ਨਿਯਮ ਹੈ, ਕੁਦਰਤੀ ਲਾਅ ਆਫ ਨੇਚਰ ਹੈ, ਜਦੋਂ ਉਹ ਨਿਯਮ ਦੇ ਤਹਿਤ ਜਦੋਂ ਤੂੰ ਚੱਲਣ ਲੱਗ ਪਏਗਾ, ਉਹਦੇ ਮੁਤਾਬਕ ਜੀਵਨ ਜਿਉਣ ਲੱਗ ਪਏਗਾ, ਤਾਂ ਲੱਗੇ ਭਾਉ ਤੇਰਾ ਉਹ ਨਾਲ ਹੋਰ ਪ੍ਰੇਮ ਬਣਨਾ, ਯਾਨੀ ਤੇਰਾ ਦੂਜੇ ਪਾਸੇ ਰਾਹ ਚੱਲ ਪੈਣਾ, ਤੈਨੂੰ ਉਹ ਨਿਯਮ ਚੰਗਾ ਲੱਗਣ ਲੱਗ ਪੈਣਾ ਜਦੋਂ ਉਸ ਨਿਯਮ ਦੇ ਵਿੱਚ ਚੱਲਣਾ ਸ਼ੁਰੂ ਕਰੇਗਾ। ਜਿਹਨੇ ਇੱਕ ਐਗਜ਼ਾਮਪਲ ਦਿੰਨਾ ਇੱਥੇ ਛੋਟੀ ਜੀ, ਕਿ ਜਦੋਂ ਦੇਖੋ ਘਰ ਦੇ ਵਿੱਚ ਕੋਈ ਬੱਚਾ ਕਵੇ ਕਿ ਮੈਂ ਰੋਟੀ ਨਹੀਂ ਖਾਣੀ, ਮੈਨੂੰ ਭੁੱਖ ਨਹੀਂ ਲੱਗੀ, ਤੇ ਮਾਂ ਕਹਿੰਦੀ ਹੁੰਦੀ ਸੀ ਕਿ ਥੋੜ੍ਹੀ ਜਿਹੀ ਖਾ ਕੇ ਵੇਖ, ਥੋੜ੍ਹੀ ਜਿਹੀ ਖਾ, ਧੱਕੇ ਨਾਲ ਉਹਨੂੰ ਰੋਟੀ ਜਦੋਂ ਥੋੜ੍ਹੀ ਜਿਹੀ ਦੇਣੀ ਤੇ ਫਿਰ ਉਹਨੇ ਖਾਂਦੇ ਖਾਂਦੇ ਨੇ ਰੋਟੀ ਹੋਰ ਵੱਧ ਖਾ ਲੈਣੀ। ਜਦੋਂ ਖਾਣ ਲੱਗ ਪਿਆ ਤੇ ਉਦੋਂ ਉਹ ਹੌਲੀ ਹੌਲੀ ਆਪਣੇ ਆਪ ਭੁੱਖ ਲੱਗ ਪਈ, ਯਾਨੀ ਚੰਗੀ ਲੱਗਣ ਲੱਗ ਪਈ। ਇੱਦਾਂ ਹੀ ਬੱਚਾ ਜਦੋਂ ਸਕੂਲ ਜਾਂਦਾ ਤੇ ਡਰਦਾ, ਹੌਲੀ ਹੌਲੀ ਉਸ ਬੱਚੇ ਦਾ ਉਸ ਸਕੂਲ ਦੇ ਵਿੱਚ ਹੀ ਜੀ ਲੱਗ ਜਾਂਦਾ, ਉਹ ਜਾਂਦਾ ਰਹਿੰਦਾ। ਇੱਦਾਂ ਅਕਸਰ ਸਾਡੇ ਨਾਲ ਬਹੁਤ ਵਾਰ ਹੁੰਦਾ, ਪਹਿਲੀ ਵਾਰ ਅਸੀਂ ਕਿਸੇ ਚੀਜ਼ ਤੋਂ ਡਰਦੇ ਹਾਂ, ਘਬਰਾਉਂਦੇ, ਉਸ ਪਾਸੇ ਨਹੀਂ ਚੱਲਦੇ, ਪਰ ਜਦੋਂ ਉਸ ਚੀਜ਼ ਨੂੰ ਮੰਨਣ ਲੱਗ ਜਾਂਦੇ ਆ ਤੇ ਫਿਰ ਸਹਿਜ ਸੁਭਾਏ ਉਸ ਪਾਸੇ ਨੂੰ ਚੱਲ ਪੈਂਦੇ ਆ। ਇੱਦਾਂ ਹੀ ਸੱਚ ਦਾ ਮਾਰਗ ਹੈ, ਗਿਆਨ ਦਾ ਮਾਰਗ ਹੈ, ਸਮਝ ਦਾ ਮਾਰਗ ਹੈ। ਪਹਿਲਾਂ ਬੰਦਾ ਸੋਚਦਾ ਕਿੱਧਰ ਇਸ ਵਿਚਾਰ ਵਿੱਚ ਪਵਾਂ, ਕਿੱਧਰ ਇਸ ਪਾਸੇ ਜਾਵਾਂਗੇ, ਪਰ ਜਦੋਂ ਇਸ ਪਾਸੇ ਜਾਣਾ ਸ਼ੁਰੂ ਕਰਦਾ ਫਿਰ ਅੱਗੇ ਅੱਗੇ ਹੋਰ ਵੱਧਦਾ ਜਾਂਦਾ, ਉਹਨੂੰ ਆਨੰਦ ਹੋਰ ਆਉਂਦਾ ਜਾਂਦਾ, ਉਹਦਾ ਉਸ ਚੀਜ਼ ਨਾਲ ਹੀ ਪ੍ਰੇਮ ਪੈ ਜਾਂਦਾ ਹੈ। ਫਿਰ ਕਹਿਣ ਲੱਗੇ ਇੱਦਾਂ ਜਦੋਂ ਸੱਚ ਦੇ ਮਾਰਗ 'ਤੇ ਤੂੰ ਅੱਗੇ ਵਧੇਗਾ, ਭਰਮ ਭੁਲਾਵਾ ਵਿੱਚੋਂ ਜਾਏ, ਤਾਂ ਇੱਦਾਂ ਜਿਹੜਾ ਭਰਮ, ਜਿਹੜਾ ਭੁਲੇਖੇ ਵਿੱਚ ਪਿਆ ਹੋਇਆ, ਜਿਹੜਾ ਭੁੱਲਣ ਦੇ ਰਸਤੇ ਵਿੱਚ ਪਿਆ, ਉਹ ਤੇਰੇ ਵਿੱਚੋਂ ਨਿਕਲ ਜਾਏਗਾ ਜਦੋਂ ਤੂੰ ਅਕਲ ਵਾਲੇ ਪਾਸੇ, ਗਿਆਨ ਵਾਲੇ ਪਾਸੇ ਚੱਲੇਗਾ। ਫਿਰ ਕਹਿੰਦੇ ਕੀ ਹੋਵੇਗਾ, ਉਪਜੈ ਸਹਿਜ ਗਿਆਨ ਮਤ ਜਾਗੈ, ਜਦੋਂ ਤੇਰੀ ਮਤ ਵਿੱਚ ਗਿਆਨ ਜਾਗ ਪਿਆ, ਯਾਨੀ ਗਿਆਨ ਆ ਗਿਆ, ਜਦੋਂ ਤੂੰ ਆਪਣੀ ਮਤ ਵਿੱਚ ਗਿਆਨ ਜਗਾ ਲਿਆ, ਮਤ ਵਿੱਚ ਗਿਆਨ ਆ ਗਿਆ। ਹੁਣ ਗਿਆਨ ਵੀ ਕਿਤੋਂ, ਕੇਵਲ ਬਾਹਰੋਂ ਨਹੀਂ ਆਉਣਾ, ਗਿਆਨ ਅੰਦਰੋਂ ਹੀ ਜਾਗਣਾ। ਜਦੋਂ ਤੂੰ ਸੋਚਣ ਤੇ ਵਿਚਾਰਨ ਲੱਗ ਪਿਆ, ਗਿਆਨ ਨੇ ਜਾਗ ਪੈਣਾ। ਜਦੋਂ ਗਿਆਨ ਅੰਦਰ ਹੀ ਜਾਗ ਪਿਆ, ਅੰਦਰ ਜਗਮਗ ਹੋਣ ਲੱਗ ਪਿਆ, ਗਿਆਨ ਦਾ ਚਾਨਣ ਹੋਇਆ, ਉਦੋਂ ਤੇਰੀ ਜ਼ਿੰਦਗੀ ਵਿੱਚ ਉਪਜੈ ਸਹਿਜ, ਤੇਰੀ ਜ਼ਿੰਦਗੀ 'ਚ ਯਾਨੀ ਤੇਰੀ ਲਾਈਫ ਸਟਾਈਲ ਦੇ ਵਿੱਚ ਸਹਿਜ ਆ ਜਾਏਗਾ। ਫਿਰ ਤੂੰ ਭਟਕਣ ਦੇ ਵਿੱਚ ਨਹੀਂ ਪਵੇਂਗਾ, ਸਹਿਜ ਦੇ ਨਾਲ ਜ਼ਿੰਦਗੀ ਜਾਏਗਾ, ਸਹਿਜ ਸੁਭਾਏ, ਜਿਹੋ ਜਿਹਾ ਹੋਵੇਂਗਾ ਉਹੋ ਜਿਹਾ ਬਾਹਰ ਦੇਖੇਗਾ। ਹੁਣ ਸਹਿਜ ਦਾ ਮਤਲਬ ਵੀ ਕੋਈ ਐਸੀ ਹੋਰ ਕੋਈ ਇਹੋ ਜਿਹੀ ਅਵਸਥਾ ਨਹੀਂ ਜਿਹਨੂੰ ਕਿਹਾ ਜਾਵੇ ਕਿ ਪਤਾ ਨਹੀਂ ਕਿਹੜੀ ਉਹ ਅਵਸਥਾ ਹੋਏਗੀ, ਨਹੀਂ। ਸਹਿਜ ਦਾ ਮਤਲਬ ਹੈ ਸਹਿਜ ਸੁਭਾਅ, ਜਿਹੋ ਜਿਹਾ ਅੰਦਰ ਹੈ ਉਹੋ ਜਿਹਾ ਬਾਹਰ, ਯਾਨੀ ਕਪਟ ਤੋਂ ਬਿਨਾਂ, ਨਿਸ਼ਕਪਟ ਹੋ ਕੇ, ਅਕਲ ਵਾਲਾ ਹੋਵੇ, ਗਿਆਨ ਵਾਲਾ ਹੋਵੇ, ਸਹਿਜ ਵਾਲਾ ਹੋਵੇ, ਸਾਰੇ ਕੰਮ ਇਹਦੇ ਆਪਣੇ ਆਪ ਸਹਿਜ ਸੁਭਾਏ ਕਰਦਾ ਜਾਂਦਾ ਹੈ। ਤੇ ਇਹ ਜਿਹੋ ਜਿਹਾ ਅੰਦਰੋਂ ਹੁੰਦਾ ਉਹੋ ਜਿਹਾ ਬਾਹਰ, ਕਿਉਂਕਿ ਇਹਨੂੰ ਡਰ ਨਹੀਂ, ਭਉ ਨਹੀਂ, ਕਿਸੇ ਨਾਲ ਵਿਤਕਰਾ ਨਹੀਂ ਹੁੰਦਾ। ਗੁਰ ਪ੍ਰਸਾਦ ਅੰਤਰ ਲਿਵ ਲਾਗੈ, ਗੁਰ ਯਾਨੀ ਗਿਆਨ, ਗਿਆਨ ਦੀ ਕਿਰਪਾ ਦੇ ਨਾਲ ਅੰਦਰ ਹੀ ਲਿਵ ਲੱਗ ਜਾਣੀ ਹੈ, ਅੰਦਰੋਂ ਹੀ ਇਹ ਗਿਆਨ ਸਾਰਾ ਤੇਰੇ ਪ੍ਰਗਟ ਹੋ ਜਾਣਾ। ਤੈਨੂੰ ਕੇਵਲ ਗ੍ਰੰਥਾਂ ਨੂੰ, ਕਿਤਾਬਾਂ ਨੂੰ ਪੜ੍ਹਨ ਦੀ ਲੋੜ ਨਹੀਂ, ਤੇਰੇ ਅੰਦਰ ਹੀ ਹੈ ਇਹ। ਮਾੜੀ ਬਿਰਤੀ ਭਰਮ ਵੀ ਤੇਰੇ ਅੰਦਰ ਸੀ, ਉਹ ਇੱਕ ਅਕਸ਼ ਸੀ, ਤੇ ਗਿਆਨ ਵਾਲਾ ਅਕਸ਼ ਵੀ ਤੇਰੇ ਅੰਦਰ ਹੈ। ਭਰਮਾਂ ਕਰਕੇ ਤੂੰ ਅੱਜ ਤੱਕ ਦੁਖੀ ਹੋਇਆ ਤੇ ਹੁੰਦਾ ਆ ਰਿਹਾ, ਤੇ ਜਦੋਂ ਗਿਆਨ ਵਾਲੇ ਪਾਸੇ ਚੱਲ ਪਿਆ ਉਦੋਂ ਤੇਰਾ ਜੀਵਨ ਸੌਖਾ ਹੋ ਜਾਏਗਾ। ਜਦੋਂ ਤੂੰ ਲਗਾਤਾਰ ਇਸ ਪਾਸੇ ਨੂੰ ਚੱਲ ਪਿਆ, ਇਹੀ ਲਿਵ ਹੈ। ਇਹ ਜਿਹੜੀ ਲਿਵ ਲੱਗਣੀ ਹੈ, ਕੋਈ ਇੱਦਾਂ ਦੀਆਂ ਚੌਂਕੜੀ ਮਾਰ ਕੇ, ਕੋਈ ਇੱਦਾਂ ਦੀ ਸਮਾਧੀ ਲਾ ਕੇ, ਕੋਈ ਇੱਦਾਂ ਨਹੀਂ ਲਾਉਣੀ, ਬਲਕਿ ਲਿਵ ਦਾ ਅਰਥ ਹੈ ਲਗਾਤਾਰ ਉਸ ਰਾਹ ਪੈ ਜਾਣਾ ਜਿਹੜਾ ਸੱਚ ਦਾ ਰਾਹ ਹੋਵੇ, ਨਿਯਮ ਦਾ ਰਾਹ ਹੋਵੇ, ਨਿਯਮ ਨੂੰ ਮੰਨਣ ਵਾਲਾ ਹੋਵੇ, ਲਾਅ ਆਫ ਨੇਚਰ ਮੁਤਾਬਕ ਹੋਵੇ। ਫਿਰ ਅੱਗੇ ਕਹਿੰਦੇ ਇਤ ਸੰਗਤ ਨਾ ਹੀ ਮਰਨਾ, ਜਦੋਂ ਤੂੰ ਇਸ ਚੰਗੀ ਬਿਰਤੀ ਦੀ ਸੰਗਤ ਕਰ ਲਈ। ਆਪਾਂ ਪਹਿਲਾਂ ਗੱਲ ਕੀਤੀ ਸੀ, ਇੱਕ ਮਾੜੀ ਬਿਰਤੀ ਦੀ ਸੰਗਤ ਹੈ, ਜਿਹਨੂੰ ਕਬੀਰ ਜੀ ਨੇ ਕਿਹਾ ਸੀ ਇਤ ਸੰਗਤ ਨਿਹਚੋ ਮਰਨਾ। ਇਸ ਸੰਗਤ ਦੀ ਯਾਨੀ ਵਿਖਿਆ ਰਸ ਜਿਹੜੇ ਆ, ਉਹਨਾਂ ਦੀ ਜਦੋਂ ਸੰਗਤ ਦੇ ਵਿੱਚ ਪਏਗਾ ਤੂੰ ਨਿਸ਼ਚਿਤ ਹੀ ਤੇਰੀ ਮੌਤ ਆਉਣੀ ਆ, ਉਹ ਆਤਮਕ ਮੌਤ। ਰੋਜ਼ ਤੂੰ ਆਪਣੇ ਆਪ ਦੇ ਵਿੱਚ ਹੀ ਮਰਦਾ ਜਾ। ਇਸੇ ਤਰ੍ਹਾਂ ਕਹਿਣ ਲੱਗੇ, ਪਰ ਜਦੋਂ ਗਿਆਨ ਵਾਲੀ, ਅਕਲ ਵਾਲੀ, ਸਮਝ ਵਾਲੀ ਬਿਰਤੀ ਦੇ ਨਾਲ ਚੱਲਿਆ, ਇਤ ਸੰਗਤ ਨਾ ਹੀ ਮਰਨਾ, ਕਦੇ ਵੀ ਆਪਣੇ ਆਪ ਵਿੱਚ ਨਹੀਂ ਮਰੇਗਾ। ਹੁਕਮ ਪਛਾਣ, ਇੱਦਾਂ ਨਿਯਮ ਨੂੰ ਪਛਾਣ ਕੇ, ਨਿਯਮ ਦੀ ਸਾਂਝ, ਨਿਯਮ ਨੂੰ ਜਿਹੜਾ ਹੁਕਮ ਦਾ ਅਰਥ ਹੈ ਨਿਯਮ, ਕੁਦਰਤੀ ਲਾਅ ਆਫ ਨੇਚਰ ਨੂੰ ਜਦੋਂ ਤੂੰ ਸਮਝਿਆ, ਪਛਾਣਿਆ, ਤਾਂ ਖਸਮੈ ਮਿਲਣਾ। ਸਹਿਜ ਸੁਭਾਏ ਉਸ ਖਸਮ ਵਿੱਚ, ਕਿਹੜਾ ਖਸਮ ਹੈ, ਜਿਹੜਾ ਉਹ ਨਿਯਮ ਜਿਹੜਾ ਇਸ ਸਾਰੇ ਸੰਸਾਰ ਨੂੰ ਚਲਾ, ਉਹਦੇ ਵਿੱਚ ਹੀ ਤੂੰ ਮਿਲ ਜਾਣਾ ਹੈ। ਯਾਨੀ ਹੁਕਮ, ਨਿਯਮ ਤੇ ਖਸਮ ਇਹ ਵੱਖਰੀਆਂ ਵੱਖਰੀਆਂ ਚੀਜ਼ਾਂ ਨਹੀਂ, ਕਹਿਣ ਲਈ ਹੈ, ਇੱਕ ਸਮਝਣ ਲਈ ਹੈ ਕਿ ਉਸ ਖਸਮ ਦੇ ਵਿੱਚ ਜਿਹੜਾ ਕਿਹੜਾ ਖਸਮ
ਖਸਮ ਦਾ ਅਰਥ ਹੈ ਮਾਲਕ, ਜਿਹੜਾ ਆ ਸਾਰੇ ਕੁਦਰਤ ਨੂੰ ਚਲਾ ਰਿਹਾ, ਜਿਹਨੇ ਖੰਡ ਬ੍ਰਹਿਮੰਡ ਸਾਰਾ ਕੁਝ ਬਣਾਇਆ ਤੇ ਜਿਹੜਾ ਇੱਕ ਨਿਯਮ ਦੇ ਤਹਿਤ ਚਲਾ ਰਿਹਾ। ਸੂਰਜ ਕਿੱਥੇ ਹੈ, ਧਰਤੀ ਕਿੱਥੇ ਹੈ, ਚੰਦ ਕਿੱਥੇ ਹੈ, ਆਪੋ ਆਪਣੀ ਦਿਸ਼ਾ ਵਿੱਚ ਇੱਕ ਨਿਯਮ ਦੇ ਤਹਿਤ ਚੱਲ ਰਹੇ ਆ। ਉਹ ਨਿਯਮ ਦੇ ਵਿੱਚ ਹੀ ਤੂੰ ਮਿਲ ਕੇ ਉਹਦਾ ਰੂਪ ਹੋ ਜਾਏਗਾ, ਤੇਰਾ ਜੀਵਨ ਬਿਲਕੁਲ ਸੌਖਾ ਹੋ ਜਾਏਗਾ। ਰਹਾਉ ਦੂਜਾ। ਇੰਨੀ ਕੁ ਵਿਚਾਰ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।